करो कि वो प्रोसीजर फॉलो होया तो FIR छड्डो, इंक्वायरी नहीं हुई। ही वाज नेवर इवन प्लेस्ड अंडर सस्पेंशन। ਜਿਹੜਾ ਸਵਾਲ ਇਹ ਉਹਦੇ ਵਿੱਚ ਇੱਕ ਗੱਲ ਇਹ ਆਈ ਸੀ ਕਿ ਜਦੋਂ ਬਹਿਬਲ ਕਲਾਂ ਮਾਮਲੇ ਦੇ ਵਿੱਚ ਇਹਨਾਂ ਦਾ ਨਾਂ ਆਇਆ ਸੀ ਤਾਂ ਇਹਨਾਂ ਨੇ ਬੇਲ ਫਾਈਲ ਕੀਤੀ ਸੀ। ਬੇਲ ਦੇ ਵਿੱਚ ਗਰਾਊਂਡ ਲਿਆ ਗਿਆ ਸੀ ਕਿ ਇਹ ਇੱਕ ਡੈਕੋਰੇਟਡ ਆਫੀਸਰ ਰਹੇ ਨੇ ਉਮਰਾ ਨੰਗਲ, ਤਾਂ ਜੋ ਇਹਨਾਂ ਨੂੰ ਮੈਰੀਟੋਰੀਅਸ ਅਵਾਰਡ ਵੀ ਮਿਲਿਆ, ਤੁਸੀਂ ਉਸ ਮਾਮਲੇ ਦੇ ਵਿੱਚ ਵੀ ਉਹ ਉਛਾਲਿਆ ਸੀ ਉਸ ਗੱਲ ਨੂੰ, ਤਾਂ ਉਹਦੇ ਵਿੱਚ ਕੀ ਜਿਹੜੀਆਂ ਡਿਸਪ੍ਰਿੰਸਿਸ ਤੁਹਾਨੂੰ ਮਿਲੀਆਂ ਨੇ? देखो डेकोरेटेड ऑफिसर ये जरूर ने, ये इन्ने डेकोरेटेड ने कि ये बंदे भी एलिमिनेट करन दा मैडल इन्हां नूं मिलना चाहिए, कोल्ड ब्लडड मर्डर कमिट करन दा भी मिलना चाहिए। और जिहड़ी तुसीं मेरिटोरीअस सर्विस मैडल की गल कर रहे हो वो असीं इस पिटीशन दे विच भी हाईलाइट कीता। हुण देखो किन्ना इन्फ्लुएंशियल ऑफिसर है परमराज उमरा नंगल। आई डोंट नीड टू मिन्स वर्ड्स इन सेइंग दैट ये साडे सिस्टम नूं जे बंदियां ने किसी ने करप्ट कीता है या खराब कीता है, वो इहो जिहे ऑफिसर्स ने जिन्हां ने अज वो स्टेज लिया दित्ती है कि हर वर्दी वाले ते डाउट हुंदा है। ਵੀ ਪੁਲਿਸ ਨੂੰ ਐਜ਼ ਪ੍ਰੋਟੈਕਟਰਸ ਆਫ ਪਬਲਿਕ ਅੱਜ ਲੋਕੀ ਕਿਲਰਸ ਆਫ ਪਬਲਿਕ ਕਹਿਣ ਲੱਗ ਗਏ ਹੈ। ਉਹ ਇਸੇ ਕਰਕੇ ਕਹਿਣ ਲੱਗ ਗਏ ਹੈ ਬਿਕੋਜ਼ ਇਹੋ ਜਿਹੇ ਆਫਿਸਰਸ ਨੇ ਸੀਨੀਅਰ। ਹੁਣ ਇਹਦੇ ਵਿੱਚ ਮੈਂ ਤੁਹਾਨੂੰ 2 ਐਗਜ਼ਾਮਪਲਸ ਰੈਫਰ ਕਰਾਂਗਾ, ਪਰ ਉਸ ਤੋਂ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦੇਵਾਂ। ਮੈਰੀਟੋਰੀਅਸ ਸਰਵਿਸ ਮੈਡਲ ਦੇ ਵਿੱਚ ਇੱਕ ਇੰਟੈਗ੍ਰਿਟੀ ਸਰਟੀਫਿਕੇਟ ਇਸ਼ੂ ਹੁੰਦਾ ਹੈ, ਜਿਹੜਾ ਡੀਜੀ ਆਫਿਸ ਤੋਂ ਕਲੀਅਰੈਂਸ ਹੁੰਦੀ ਹੈ ਕਿ ਉਮਰਾ ਨੰਗਲ ਦੀ ਕੋਈ ਇਨਕੁਆਇਰੀ ਵੀ ਆਫਿਸਰ ਦੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈ। ਹੁਣ ਉਮਰਾ ਨੰਗਲ ਦੇ ਕੇਸ ਦੇ ਵਿੱਚ ਇੱਕ ਇੰਟੈਗ੍ਰਿਟੀ ਸਰਟੀਫਿਕੇਟ ਇਸ਼ੂ ਹੋਇਆ ਕਿ ਇਹਦੇ ਖਿਲਾਫ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈ, ਇਹਦੇ ਖਿਲਾਫ ਕੋਈ ਕੰਪਲੇਂਟ ਨਹੀਂ ਹੈ। ਔਰ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੂੰ ਰეკਮੈਂਡੇਸ਼ਨ ਭੇਜੀ ਗਈ ਜਿਹਦੇ ਉੱਤੇ ਇਹਨੂੰ ਮੈਰੀਟੋਰੀਅਸ ਸਰਵਿਸ ਮੈਡਲ ਮਿਲਿਆ। ਹੁਣ ਓਬਵੀਅਸਲੀ ਆਰਟੀਆਈ ਦੇ ਵਿੱਚ ਤਾਂ ਇਹਨਾਂ ਨੇ ਐਡਮਿਟ ਕੀਤਾ ਕਿ ਦਲਵੀਰ ਕੌਰ ਵੱਲੋਂ ਜਿਹੜੀ ਕੰਪਲੇਂਟ ਸੀ ਸੁਖਪਾਲ ਸਿੰਘ ਦੇ ਜਾਂ ਬੰਡਾਲਾ ਦੇ ਫੇਕ ਐਨਕਾਊਂਟਰ ਵਾਲੀ, ਉਹ ਇਨਕੁਆਇਰੀ ਪੈਂਡਿੰਗ ਸੀ। ਜੇ ਉਹ ਇਨਕੁਆਇਰੀ ਪੈਂਡਿੰਗ ਸੀ, ਆਰਟੀਆਈ 'ਚ ਤੁਸੀਂ ਇਸ ਫੈਕਟ ਨੂੰ ਐਡਮਿਟ ਕਰ ਰਹੇ ਹੋ ਤਾਂ ਫਿਰ ਤੁਸੀਂ ਇੰਟੈਗ੍ਰਿਟੀ ਸਰਟੀਫਿਕੇਟ ਕਿਵੇਂ ਇਸ਼ੂ ਕਰ ਰਹੇ ਹੋ? ਹੀ ਕੁਡ ਨਾਟ ਹੈਵ ਗॉट ਦਿਸ ਮੈਡਲ। ਚਲੋ ਇੱਕ ਵਾਰੀ ਉਹ ਵੀ ਮੰਨ ਲੈਂਦੇ ਆ, ਜੇ ਮੈਰੀਟੋਰੀਅਸ ਸਰਵਿਸ ਮੈਡਲ ਮਿਲਿਆ ਹੈ ਔਰ ਉਸ ਵੇਲੇ ਗਲਤੀ ਨਾਲ ਦਿੱਤਾ ਗਿਆ, ਕੀ ਅੱਜ ਉਹਨੂੰ ਰੈਕਟੀਫਾਈ ਕਰਨ ਲਈ ਉਹਨੂੰ ਵਾਪਸ ਲੈਣ ਲਈ ਕੋਈ ਲਿਖ ਕੇ ਦਿੱਤਾ ਗਿਆ ਗਵਰਨਮੈਂਟ ਆਫ ਇੰਡੀਆ ਨੂੰ? ਉਹ ਵੀ ਨਹੀਂ ਕਿਸੇ ਨੇ ਕੀਤਾ। ਅੱਜ ਵੀ ਦੇਖੋ ਕਿੰਨੀ ਐਕਟਿਵ ਪ੍ਰੋਟੈਕਸ਼ਨ ਉਹਨੂੰ ਮਿਲ ਰਹੀ ਹੈ। ਜਦੋਂ ਤੁਸੀਂ ਇਹ ਪੁਆਇੰਟ ਰੇਜ਼ ਕੀਤਾ, ਜਦੋਂ ਕਮ ਟੂ ਦ ਲਾਈਟ, ਉਸ ਤੋਂ ਬਾਅਦ ਵੀ ਕੋਈ ਜਿਹੜੀ ਹਿਲਜੁਲ ਨਹੀਂ ਹੋਈ? ਅੱਜ ਤੱਕ ਨਹੀਂ ਹੋਇਆ, ਅੱਜ ਤੱਕ ਕੁਝ ਨਹੀਂ ਹੋਇਆ। ਤੁਸੀਂ ਆਹ ਦੇਖੋ, ਤੁਸੀਂ ਬਹਿਬਲ ਕਲਾਂ ਦੀ ਗੱਲ ਕਰ ਰਹੇ ਹੋ, ਬਹਿਬਲ ਕਲਾਂ ਦੇ ਵਿੱਚ ਇੰਨਾ ਕੁਝ ਕਰਨ ਤੋਂ ਬਾਅਦ ਇਹਨੂੰ ਚਾਰਜ ਸ਼ੀਟ ਕਰ ਦਿੱਤਾ ਹੈ, ਤਾਂ ਵੀ ਇਹਨੂੰ ਜਾ ਕੇ ਸਸਪੈਂਡ ਕੀਤਾ। ਜਦੋਂ ਅਸੀਂ ਇਸ ਕੇਸ ਦੇ ਵਿੱਚ ਪੁਆਇੰਟ ਆਊਟ ਕੀਤਾ ਕਿ ਜੀ ਇਹਨੂੰ ਇੰਨੀ ਪ੍ਰੋਟੈਕਸ਼ਨ ਹੈ, ਆ ਜਿਹੜੇ ਕੇਸ ਦੀ ਤੁਸੀਂ ਰੈਫਰੈਂਸ ਕਰ ਰਹੇ ਹੋ ਫੇਕ ਐਨਕਾਊਂਟਰ ਕੇਸ, ਇਸ ਕੇਸ ਦੇ ਵਿੱਚ ਵੀ ਹੀ ਵਾਸ ਅ ਰਿਸਪੋਂਡੈਂਟ ਬਾਈ ਨੇਮ ਔਰ ਇਹਨੂੰ ਪੰਜਾਬ ਗਵਰਨਮੈਂਟ ਡਿਫੈਂਡ ਕਰ ਰਹੀ ਸੀ। ਤਾਂ ਤੁਸੀਂ ਪੰਜਾਬ ਗਵਰਨਮੈਂਟ ਦਾ ਨਾਮ ਲਿਆ ਤਾਂ ਪੰਜਾਬ ਗਵਰਨਮੈਂਟ ਡਿਫੈਂਡ ਕਰ ਰਹੀ ਸੀਗੀ, ਤਾਂ ਜੋ ਬਹਿਬਲ ਕਲਾਂ ਮਾਮਲੇ ਦੇ ਵਿੱਚ ਵੀ ਇਹ ਅੰਦਰ ਵੀ ਗਏ ਨੇ ਹੁਣ, ਪਰ ਉਹਨਾਂ ਦੀ ਬੇਲ ਹੋ ਚੁੱਕੀ ਹੈ, ਤਾਂ ਉਸ ਮਾਮਲੇ ਦੇ ਵਿੱਚ ਜੋ ਇਹਨਾਂ ਦਾ ਰੂਲ ਹੈ ਤੇ ਜਿਹੜੇ ਆਫਿਸਰਸ ਹੋਰ ਵੀ ਇਨਵੋਲਵਡ ਨੇ, ਤਾਂ ਜਿਹੜਾ ਤੁਸੀਂ ਇਹਨਾਂ ਦਾ ਟਰੈਕ ਰਿਕਾਰਡ ਟਰੇਸ ਕਰ ਰਹੇ ਹੋ, ਉਹਦੇ ਵਿੱਚ ਕੀ ਲਿੰਕ ਹੈ? ਦੇਖੋ ਲਿੰਕ ਇਹਦੇ ਵਿੱਚ ਬੜਾ ਕਲੀਅਰ ਹੈ। ਉਸ ਵੇਲੇ ਸੁਮੇਧ ਸਿੰਘ ਸੈਣੀ ਡੀਜੀਪੀ ਸੀ। ਸੁਮੇਧ ਸੈਣੀ ਦੇ ਕੁਝ ਹੈਂਡਪਿਕਡ ਆਫਿਸਰਸ ਨੇ, ਮੈਂ ਉਹ ਤੁਹਾਨੂੰ ਹੁਣ ਲਿੰਕ ਇੱਥੇ ਦੱਸ ਦੇਣਾ, ਜਿਹੜੀ ਮੈਂ ਪਹਿਲਾਂ ਕਹਿ ਰਿਹਾ ਸੀ 2 ਐਗਜ਼ਾਮਪਲਸ ਦੇਵਾਂਗਾ। ਉਹ ਇੱਥੇ ਮੈਂ ਹੁਣ ਦਿੰਨਾ ਆ ਬਰਗਾੜੀ ਤੇ ਬਹਿਬਲ ਕਲਾਂ ਕੇਸਿਸ ਦੇ ਵਿੱਚ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਰਮਰਾਜ ਉਮਰਾ ਨੰਗਲ ਉਦੋਂ ਤੱਕ ਨਹੀਂ ਜਾ ਸਕਦਾ ਸੀ ਵੈਨ ਬੀਇੰਗ ਪੋਸਟਡ ਐਜ਼ CP ਲੁਧਿਆਣਾ, ਕਮਿਸ਼ਨਰ ਆਫ ਪੁਲਿਸ ਲੁਧਿਆਣਾ ਹੁੰਦੇ ਆ, ਉਹਦੀ ਜੂਰਿਸਡਿਕਸ਼ਨ ਤੋਂ ਬਾਹਰ ਸੀ ਜਦੋਂ ਤੱਕ ਉਹਨੂੰ ਕੋਈ ਸੀਨੀਅਰ ਆਰਡਰ ਨਾ ਦੇਵੇ। ਹੁਣ ਇਹ ਫੈਕਟ ਡੀਜੀਪੀ ਨੇ ਵੀ ਐਡਮਿਟ ਕੀਤਾ ਕਿ ਮੈਂ ਉੱਥੇ ਭੇਜਿਆ। ਹੁਣ ਜੇ ਸੁਮੇਧ ਸੈਣੀ ਨੇ ਇਹਨੂੰ ਭੇਜਿਆ, ਇਹਦੇ ਨਾਲ ਇੱਕ ਹੋਰ ਆਫਿਸਰ ਗਿਆ ਹੈ ਜਿਹਦਾ ਚਾਰਜ ਸ਼ੀਟ ਦੇ ਵਿੱਚ ਵੀ ਹੁਣ ਨਾਮ ਆ ਰਿਹਾ, ਉਹ ਹੈ ਪਰਮਜੀਤ ਸਿੰਘ ਪੰਨੂ। ਹੁਣ ਪਰਮਜੀਤ ਸਿੰਘ ਪੰਨੂ ਉਹੀ ਆਫਿਸਰ ਹੈ ਜਿਹੜਾ ਸੁਮੇਧ ਸਿੰਘ ਸੈਣੀ ਦੇ ਨਾਲ ਇਨੋਸੈਂਟ ਫੈਮਿਲੀ ਨੂੰ ਪਰਸਨਲ ਵੈਂਡੇਟਾ ਕਰਕੇ ਐਲੀਮੀਨੇਟ ਕਰਨ ਦੇ ਲਈ ਦਿੱਲੀ CBI ਕੇਸ ਦੇ ਵਿੱਚ ਟ੍ਰਾਇਲ ਭੁਗਤ ਰਿਹਾ ਹੈ। ਲੁਧਿਆਣਾ ਦੀ ਫੈਮਿਲੀ ਸੀ, ਵਾਲੀਆ ਫੈਮਿਲੀ, ਜਿਹਨੂੰ ਸੁਮੇਧ ਸਿੰਘ ਸੈਣੀ ਨੇ ਪਰਸਨਲ ਦੁਸ਼ਮਣੀ ਕਰਕੇ ਐਲੀਮੀਨੇਟ ਕੀਤਾ ਸੀ। ਉਹ ਕੇਸ CBI ਕੋਲ ਗਿਆ, ਉਹ ਫਾਈਨਲੀ ਟ੍ਰਾਂਸਫਰ ਹੋ ਕੇ ਦਿੱਲੀ ਆਨਰੇਬਲ ਸੁਪਰੀਮ ਕੋਰਟ ਨੇ ਟ੍ਰਾਂਸਫਰ ਕੀਤਾ ਬਿਕੋਜ਼ ਸੁਮੇਧ ਸੈਣੀ ਦਾ ਇਨਫਲੂਐਂਸ ਸੀ। ਔਰ ਹੁਣ ਉਹ ਟ੍ਰਾਇਲ ਦੇ ਵਿੱਚ ਪੰਨੂ ਸੁਮੇਧ ਸਿੰਘ ਸੈਣੀ ਦੇ ਨਾਲ ਟ੍ਰਾਇਲ ਭੁਗਤ ਰਿਹਾ। ਉਹੀ ਪੰਨੂ ਬਹਿਬਲ ਉਮਰਾ ਨੰਗਲ ਦੇ ਨਾਲ ਉੱਥੇ ਜਾਂਦਾ। ਹੁਣ ਉਹੀ ਉਮਰਾ ਨੰਗਲ ਦੇ ਲਈ, ਉਹਨੂੰ ਬਚਾਉਣ ਦੇ ਲਈ ਇਹ ਫੇਕ ਐਨਕਾਊਂਟਰ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਦੇ DGP ਹੁੰਦਿਆਂ 2014 ਚ SIT ਕਨਸਟੀਟਿਊਟ ਹੋ ਕੇ ਕੰਮ ਸ਼ੁਰੂ ਕਰਦੀ ਹੈ। ਹੁਣ ਉਹ SIT ਦੇ ਤੁਸੀਂ ਮੈਂਬਰਸ ਲੈ ਲਓ। SIT ਦਾ ਮੈਂਬਰ ਮਿਸਟਰ ਸਹੋਤਾ, ਬਲਕਾਰ ਸਿੱਧੂ ਐਂਡ RK ਜੈਸਵਾਲ। ਹੁਣ RK ਜੈਸਵਾਲ ਤੋਂ DIG ਰੂਪਨਗਰ ਹੁੰਦਿਆਂ ਕੇਸ ਦੇ ਵਿੱਚ ਕੁਝ ਨਹੀਂ ਮਿਲਦਾ, SIT ਦਾ ਉਹਨੂੰ ਮੈਂਬਰ ਲੈ ਲਿਆ ਜਾਂਦਾ। ਉਹ ਕੀ ਰਾਤੋਂ ਰਾਤ ਕੰਪੀਟੈਂਟ ਹੋ ਗਿਆ ਦਾਦਾ? ਚਲੋ ਬਲਕਾਰ ਸਿੱਧੂ ਤੇ ਆ ਜਾਓ। ਬਲਕਾਰ ਸਿੱਧੂ ਵਾਜ਼ ਅਨਦਰ ਹੈਂਡਪਿਕਡ ਆਫਿਸਰ ਆਫ ਸੁਮੇਧ ਸਿੰਘ ਸੈਣੀ। ਸੁਮੇਧ ਸਿੰਘ ਸੈਣੀ ਵੇਲੇ ਜਿੰਨੀਆਂ ਕੰਟਰੋਵਰਸ਼ੀਅਲ ਚੀਜ਼ਾਂ ਹੋਈਆਂ ਉਹਦੇ ਵਿਜੀਲੈਂਸ ਵਿੱਚ ਬਲਕਾਰ ਸਿੱਧੂ ਸੀ। ਉਸ ਤੋਂ ਇਲਾਵਾ ਅੱਜ ਬਲਕਾਰ ਸਿੱਧੂ STF ਦੇ ਵਿੱਚ ਹੈ। ਜੇ ਇਹ ਡਰੱਗਸ ਦੇ ਅਗੇਂਸਟ ਇੰਨਾ ਕੰਪੀਟੈਂਸ ਨਾਲ ਕੰਮ ਕਰਦਾ ਹੈ ਤੇ ਇਹਦਾ ਸਗਾ ਭਤੀਜਾ CIA ਇੰਚਾਰਜ ਖਰੜ ਸਤਵੰਤ ਸਿੱਧੂ, ਉਹਦਾ ਤਾਂ ਡਰੱਗਸ ਦੇ ਵਿੱਚ ਨਾ ਆਇਆ ਜਿਹਨੂੰ ਐਕਟਿਵ ਪ੍ਰੋਟੈਕਸ਼ਨ ਦੇ ਰਿਹਾ, ਜਿਹਨੂੰ ਨਾ ਇਹਨੇ ਸਸਪੈਂਡ ਕਰਾਇਆ, ਰਾਦਰ ਫੈਬਰੀਕੇਟ ਕਰਕੇ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਕੇ ਇਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰਿਆਂ ਨੂੰ ਪਤਾ ਹੈ।
ਥੋੜਾ ਕਹਿਣਾ ਕਿ ਇੱਕ ਸਰਟਨ ਗਰੁੱਪ ਜਿਹੜਾ ਉਹ ਆਪਰੇਟ ਕਰ ਰਿਹਾ ਇਦਾਂ। ਬਿਲਕੁਲ ਇੱਕ ਪਾਰਟਿਕੂਲਰ ਗਰੁੱਪ ਹੈ। ਔਰ ਮੈਂ ਫਿਰ ਉਹੀ ਗੱਲ ਤੇ ਆਉਣਾ ਕਿ ਜੇ ਐਸਟੀਐਫ ਦੇ ਵਿੱਚ ਲੱਗਿਆ, ਇਹ ਬਲਕਾਰ ਸਿੱਧੂ ਇੰਨਾ ਕੰਪੀਟੈਂਟ ਆਫੀਸਰ ਸੀ, ਤੇ ਉਸ ਵੇਲੇ ਜਦੋਂ ਇਹ ਐਸਆਈਟੀ ਕੰਮ ਕਰ ਰਹੀ ਸੀ ਤੇ ਕੰਡੋਲਾ ਦਾ ਡਰੱਗ ਲਿੰਕ ਬਾਹਰ ਆ ਗਿਆ, ਇਸ ਐਸਆਈਟੀ ਨੇ ਕਿਉਂ ਨਹੀਂ ਉਸ ਚੀਜ਼ ਨੂੰ ਡਿਗ ਆਊਟ ਕੀਤਾ? ਮੈਂ ਨਹੀਂ ਕਹਿੰਦਾ ਤੁਸੀਂ ਪਰਚਾ ਦਰਜ ਕਰੋ, ਤੁਸੀਂ ਫਾਰਵਰਡ ਤਾਂ ਕਰੋ, ਕੌਗਨੀਜ਼ੇਬਲ ਆਫੈਂਸ ਰਿਪੋਰਟ ਹੋ ਗਿਆ, ਤੁਸੀਂ ਇੱਕ ਸੀਨੀਅਰ ਪੁਲਿਸ ਆਫੀਸਰ ਦੇ ਤੌਰ ਤੇ ਆਪਰੇਟ ਕਰ ਰਹੇ ਹੋ, ਤੁਹਾਡੀ ਨੌਲੇਜ ਦੇ ਵਿੱਚ ਆ ਗਿਆ, ਯੂ ਵਰ ਡਿਊਟੀ ਬਾਉਂਡ ਟੂ ਰਾਈਟ ਟੂ ਦ ਡੀਜੀਪੀ ਔਰ ਟੂ ਦ ਸੀਨੀਅਰ ਆਫੀਸਰਸ ਕਿ ਜੀ ਸਾਡੇ ਆਈਜੀ ਦੇ ਐਲੀਗੇਸ਼ਨ ਲੱਗੇ ਆ, ਪਲੀਜ਼ ਇਹ ਪ੍ਰੂਵ ਕਰੋ, ਡਰੱਗ ਲਿੰਕ ਬਹੁਤ ਸੀਰੀਅਸ ਹੈ। ਇਹਨਾਂ ਨੇ ਤਾਂ ਉਲਟਾ ਐਨਫੋਰਸਮੈਂਟ ਦੇ ਵਿੱਚ ਵੀ ਬਚਾਇਆ। ਹੁਣ ਇਹੋ ਜਿਹੇ ਆਫੀਸਰਸ, ਮੈਂ ਫਿਰ ਉਹੀ ਗੱਲ ਕਵਾਂਗਾ ਕਿ ਬਿੱਲੀ ਨੂੰ ਦੁੱਧ ਦੀ ਰਾਖੀ ਤੇ ਰੱਖਿਆ ਹੈ। ਕਿਉਂਕਿ ਮੈਂ ਤਾਂ 3 ਸਾਲ ਪੂਰੇ ਹੋਏ ਨੇ ਕੈਪਟਨ ਗਵਰਨਮੈਂਟ ਦੇ, ਤਾਂ ਉਹਨਾਂ ਦਾ ਸਟੇਟਮੈਂਟ ਹੈ ਚੀਫ ਮਿਨਿਸਟਰ ਦਾ ਕਿ ਬਹਿਬਲ ਕਲਾਂ ਤੇ ਬਰਗਾੜੀ ਦੇ ਵਿੱਚ ਅਸੀਂ ਜਾਂਚ ਪੂਰੀ ਕਰਕੇ ਇਨਸਾਫ ਦੇਵਾਂਗੇ। ਤਾਂ ਤੁਸੀਂ ਜੋ ਗੱਲ ਕਹਿ ਰਹੇ ਹੋ, ਇਹਨਾਂ ਨੂੰ ਦੁੱਧ ਦੀ ਰਾਖੀ ਬਿਠਾਇਆ ਹੋਇਆ, ਤਾਂ ਜਿਹੜਾ ਬਹਿਬਲ ਕਲਾਂ ਮਾਮਲੇ ਦੇ ਵਿੱਚ ਜੋ ਇਹਨਾਂ ਨੂੰ ਡਿਫੈਂਡ ਤੁਸੀਂ ਦੱਸਿਆ ਕਿ ਸਰਕਾਰ ਕਰਦੀ ਰਹੀ ਹੈ, ਤਾਂ ਤੁਹਾਨੂੰ ਲੱਗਦਾ ਵੀ ਜੋ ਇਹਨਾਂ ਦੇ ਖਿਲਾਫ ਕੇਸ ਆ, ਸਰਕਾਰ ਦੀ ਨੀਅਤ ਸਾਫ਼ ਹੈ ਬਹਿਬਲ ਕਲਾਂ ਮਾਮਲੇ ਦੇ ਵਿੱਚ? ਘੱਟੋ ਬਹਿਬਲ ਕਲਾਂ ਦੇ ਵਿੱਚ ਨਹੀਂ ਡਿਫੈਂਡ ਕੀਤਾ ਜੀ। ਫੇਕ ਐਨਕਾਊਂਟਰ ਵਾਲਾ ਜਿਹੜਾ ਕੇਸ ਸੀ ਗੁਰਨਾਮ ਬੰਡਾਲਾ ਵਾਲਾ, ਜਿਹਦੇ 'ਚ ਅਸੀਂ ਫੈਮਿਲੀ ਵੱਲੋਂ ਕਹਿ ਰਹੇ ਸੀ ਕਿ ਸੁਖਪਾਲ ਸਿੰਘ ਨੂੰ ਐਲੀਮੀਨੇਟ ਕੀਤਾ ਗਿਆ ਇਨ ਬੰਡਾਲਾ ਕੇਸ, ਉਹਦੇ ਵਿੱਚ ਗਵਰਨਮੈਂਟ ਡਿਫੈਂਡ ਕਰ ਰਹੀ ਸੀ, ਨਾਟ ਬਹਿਬਲ ਕਲਾਂ। ਉਹਦੇ ਵਿੱਚ ਗਵਰਨਮੈਂਟ ਡਿਫੈਂਡ ਕਰ ਰਹੀ ਸੀ। ਫੈਬਰੂਅਰੀ 2019 ਤੱਕ ਇਹਨੂੰ ਗਵਰਨਮੈਂਟ ਨੇ ਡਿਫੈਂਡ ਕੀਤਾ ਹੈ। ਔਰ ਜਦੋਂ ਆਨਰੇਬਲ ਕੋਰਟ ਨੇ ਸਾਨੂੰ ਇਸ ਕੁਐਸਚਨ ਪੁੱਛਿਆ ਡਿਊਰਿੰਗ ਆਰਗੂਮੈਂਟਸ ਕਿ ਤੁਸੀਂ ਇਸ ਪੁਆਇੰਟ ਨੂੰ ਕਲੈਰੀਫਾਈ ਕਰੋ ਕਿ ਇੰਨੀ ਡਿਲੇ ਕਿਉਂ ਹੈ ਜਾਂ ਤੁਹਾਡੇ ਪਾਰਟ ਤੇ ਕਿਉਂ ਆ ਡਿਲੇ ਰਹੀ, ਤੇ ਅਸੀਂ ਆਨਰੇਬਲ ਕੋਰਟ ਨੂੰ ਪੁਆਇੰਟ ਆਊਟ ਕੀਤਾ ਕਿ ਜੀ ਜਿਹੜੇ ਆਫੀਸਰ ਤੇ ਅਸੀਂ ਐਲੀਗੇਸ਼ਨ ਲਾ ਰਹੇ ਹਾਂ ਉਹਨੂੰ ਤਾਂ ਗਵਰਨਮੈਂਟ ਡਿਫੈਂਡ ਕਰ ਰਹੀ ਹੈ ਔਰ ਐਫਆਈਆਰ ਵੀ ਗਵਰਨਮੈਂਟ ਨੇ ਕਰਨੀ ਹੈ। ਤੁਹਾਨੂੰ ਯਾਦ ਹੋਵੇ ਗੁਰਮੀਤ ਸਿੰਘ ਪਿੰਕੀ ਕੈਟ ਦਾ ਮਾਮਲਾ ਹੋਇਆ ਸੀ, ਉਹਨਾਂ ਦੇ ਕੇਸ ਦੇ ਵਿੱਚ ਇਹ ਚੀਜ਼ ਆਈ ਸੀ ਕਿ ਇੱਕ ਲਿਟੀਗੇਸ਼ਨ ਵਿੰਗ ਬਣਾਇਆ ਗਿਆ ਪੰਜਾਬ ਪੁਲਿਸ ਵੱਲੋਂ, ਜਿਹੜੇ ਕਿ ਇਸ ਕਿਸਮ ਦੇ ਜਿਹੜੇ ਅਦਰਵਾਈਜ਼ ਟੈਂਟਡ ਨੇ ਬਟ ਉਹਨਾਂ ਲਈ ਡੈਕੋਰੇਟਡ ਆਫੀਸਰ ਨੇ ਪੁਲਿਸ ਲਈ, ਤਾਂ ਉਹਨਾਂ ਲਈ ਉਹ ਲਿਟੀਗੇਸ਼ਨ ਵਿੰਗ ਕੰਮ ਕਰ ਰਿਹਾ ਸੀ, ਜਿਹੜਾ ਉਹ ਲਿਟੀਗੇਸ਼ਨ ਵਿੰਗ ਆਪਣੇ ਪਰਸਨਲ ਨੂੰ ਡਿਫੈਂਡ ਕਰਦਾ। ਦੇਖੋ ਇਹਦੇ ਵਿੱਚ ਸੈਂਕਸ਼ਨ ਗ੍ਰਾਂਟ ਕਰਦੀ ਹੈ ਸਟੇਟ ਟੂ ਡਿਫੈਂਡ ਐਨ ਆਫੀਸਰ। ਹੁਣ ਭਾਵੇਂ ਉਹ ਲਿਟੀਗੇਸ਼ਨ ਵਿੰਗ ਨਹੀਂ ਕਰਨਾ ਹੈ ਬੇਸਿਕਲੀ, ਪਰ ਜਿਹੜਾ ਏਜੀ ਆਫਿਸ ਤੋਂ ਸਟੇਟ ਕਾਉਂਸਲ ਹੁੰਦਾ ਉਹ ਨਹੀਂ ਖੜੇ ਹੋ ਕੇ ਕੋਰਟ ਦੇ ਵਿੱਚ ਆਰਗੂਮੈਂਟ ਕਰਨਾ ਹੁੰਦਾ। ਸੋ ਉਹੀ ਡਿਫੈਂਡ ਕਰ ਰਹੇ ਸੀ ਪਰਮਰਾਜ ਉਮਰਾ ਨੰਗਲ ਨੂੰ, ਔਰ ਉਹੀ ਚੀਜ਼ ਜਦੋਂ ਅਸੀਂ ਪੁਆਇੰਟ ਆਊਟ ਕੀਤੀ ਉਸ ਤੋਂ ਬਾਅਦ ਉਮਰਾ ਨੰਗਲ ਦੇ ਲਈ ਇੱਕ ਪ੍ਰਾਈਵੇਟ ਲਾਇਰ ਇੰਗੇਜ ਹੋ ਕੇ ਸਟੇਟ ਨੇ ਵਿਡਰਾਅ ਕੀਤਾ ਔਰ ਇਹਦੇ ਲਈ ਪ੍ਰਾਈਵੇਟ ਲਾਇਰ ਅਪੀਅਰ ਹੋਇਆ ਉਦੋਂ ਤੱਕ। ਔਰ ਉਹੀ ਅਸੀਂ ਕਿਹਾ ਸੀ ਕਿ ਜੀ ਸਟੇਟ ਨੇ ਐਫਆਈਆਰ ਕਰਨੀ ਹੈ ਜਿਹਦੇ ਤੇ ਅਸੀਂ ਐਲੀਗੇਸ਼ਨ ਲਾ ਰਹੇ ਹਾਂ ਬਾਈ ਨੇਮ ਪਾਰਟੀ ਹੈ, ਸੋ ਤਾਂ ਹੀ ਐਫਆਈਆਰ ਨਹੀਂ ਹੋਈ। ਉਹਦੇ ਅਕੋਰਡਿੰਗ ਤਾਂ ਇਹ ਹੁੰਦਾ ਨਾ ਹਰ ਕ੍ਰਿਮੀਨਲ ਆਫੈਂਸ ਅਗੇਂਸਟ ਸਟੇਟ ਹੁੰਦਾ। ਬਿਲਕੁਲ। ਤਾਂ ਫਿਰ ਸਟੇਟ ਕਿਦਾਂ ਉਹ ਕਰ ਸਕਦੀ ਹੈ? ਇਹੀ ਤਾਂ ਰੀਜ਼ਨ ਸੀ ਕਿ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਇਹੀ ਚੀਜ਼ ਅਸੀਂ ਆਨਰੇਬਲ ਕੋਰਟ ਨੂੰ ਪੁਆਇੰਟ ਆਊਟ ਕੀਤੀ ਔਰ ਅਸੀਂ ਉੱਥੇ ਵੀ ਇਹਦਾ ਸਾਰੇ ਕ੍ਰੈਡੈਂਸ਼ੀਅਲਸ ਲਾਏ। ਹੁਣ ਜਿਹੜੀ ਮੈਂ ਦੂਜੀ ਇੱਕ ਤੁਹਾਨੂੰ ਐਗਜ਼ਾਮਪਲ ਦੇਣ ਜਾ ਰਿਹਾ ਸੀ ਉਮਰਾ ਨੰਗਲ ਦੇ ਲਿੰਕ ਦੀ, ਜਸਪਾਲ ਸਿੰਘ ਨੂੰ ਖਾਲੜਾ ਕੇਸ ਦੇ ਵਿੱਚ ਕਨਵਿਕਸ਼ਨ ਹੋਈ। ਖਾਲੜਾ ਕੇਸ ਦਾ ਇੱਕ ਆਈ ਵਿਟਨੈਸ ਸੀ ਕਿਰਪਾਲ ਸਿੰਘ ਰੰਧਾਵਾ। ਪਰਮਰਾਜ ਉਮਰਾ ਨੰਗਲ ਨੇ ਉਹਨੂੰ ਫੇਕ ਰੇਪ ਕੇਸ ਦੇ ਵਿੱਚ ਫਸਾਇਆ ਔਰ ਉਹਨੂੰ ਕੰਪੈਲ ਕੀਤਾ ਕਿ ਐਜ਼ ਐਨ ਆਈ ਵਿਟਨੈਸ ਉਹ ਰਿਜ਼ਾਈਲ ਕਰੇ। ਜਦੋਂ ਨਹੀਂ ਰਿਜ਼ਾਈਲ ਕੀਤਾ ਉਹਨੂੰ ਫਾਲਸਲੀ ਇੰਪਲੀਕੇਟ ਕੀਤਾ। ਇਸ ਕੇਸ ਦੇ ਵਿੱਚ ਕਿਰਪਾਲ ਸਿੰਘ ਰੰਧਾਵਾ ਜਦੋਂ ਐਕਵਿਟ ਹੋਏ, ਉਹਨਾਂ ਨੇ ਇਹਦੇ ਉੱਤੇ ਮੈਲੀਸ਼ੀਅਸ ਪ੍ਰੋਸੀਕਿਊਸ਼ਨ ਦਾ ਕੇਸ ਫਾਈਲ ਕੀਤਾ, ਜਿਹਦੇ ਵਿੱਚ ਕੋਰਟ ਨੇ 7 ਲੱਖ ਡੈਮੇਜਸ ਪਾਏ ਪਰਮਰਾਜ ਉਮਰਾ